ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਦੀ, ਜਿਹੜੇ ਕਿ ਗੁਰਦੁਆਰਾ ਸਾਹਿਬ ਅਕਾਲੀ ਸਿੰਘ ਸੁਸਾਇਟੀ ਵੈਂਕੂਵਰ ਵਿੱਚ ਮੁੱਖ ਸੇਵਾਦਾਰ ਵਜੋਂ ਸੇਵਾ ਕਰਦੇ ਨੇ। ਗੁਰਬਾਣੀ ਵਿੱਚ ਧਰਮਰਾਜ ਦਾ ਕੀ ਸੰਕਲਪ ਹੈ, ਧਰਮਰਾਜ ਬਾਰੇ ਬਹੁਤ ਵਾਰੀ ਲਿਖਿਆ ਗਿਆ ਹੈ ਗੁਰਬਾਣੀ ਦੇ ਵਿੱਚ। ਇਸ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਣਾ ਹੈ ਤੇ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ, ਆਓ ਜਾਣਕਾਰੀ ਲੈਣੇ ਆ ਭਾਈ ਜਸਬੀਰ ਸਿੰਘ ਜੀ ਤੋਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮਰਾਜ ਦੇ ਬਾਰੇ ਤਾਂ ਬਹੁਤ ਥਾਈਂ ਲਿਖਿਆ ਗਿਆ ਜੀ, ਤੇ ਜੋ ਸਾਨੂੰ ਅੱਜ ਤੱਕ ਦੱਸਿਆ ਗਿਆ ਕਿ ਧਰਮਰਾਜ ਜੋ ਕੁਝ ਅਸੀਂ ਕਰਮ ਕਰ ਰਹੇ ਹਾਂ ਉਹਦਾ ਲੇਖਾ ਜੋਖਾ ਲਿਖਿਆ ਜਾ ਰਿਹਾ ਹੈ, ਤੇ ਧਰਮਰਾਜ ਨੇ ਸਾਨੂੰ ਲੈ ਕੇ ਜਾਣਾ ਇੱਥੋਂ, ਤੇ ਉਸ ਤੋਂ ਬਾਅਦ ਸਵਰਗ ਨਰਕ ਜਿਹੜਾ ਹੈਗਾ ਇਹ ਸਾਰਾ ਕੁਝ ਚੱਲਣਾ, ਜਿਸ ਦੇ ਬਾਰੇ ਅਸੀਂ ਗੱਲਬਾਤ ਕਰ ਚੁੱਕੇ ਹਾਂ ਸਵਰਗ ਤੇ ਨਰਕ ਬਾਰੇ। ਧਰਮਰਾਜ ਦਾ ਜਿਹੜਾ ਕਨਸੈਪਟ ਹੈਗਾ ਗੁਰਬਾਣੀ ਦੇ ਆਧਾਰ ਦੇ ਉੱਤੇ ਅੱਜ ਸਾਨੂੰ ਦੱਸੋ ਕਿ ਕੀ ਹੈਗਾ ਜੀ। ਧਰਮਰਾਜ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਖੁਲਾਸਾ ਕਰ ਦੇਵਾਂ ਗੁਰਬਾਣੀ ਨੂੰ ਸਮਝਣ ਲਈ ਜੀ, ਜਿਹੜਾ ਸਹਾਇਕ ਆ, ਤਾਂ ਕਿ ਜਿਹੜੇ ਮੇਰੇ ਵੀਰ ਭੈਣ ਪ੍ਰੋਗਰਾਮ ਦੇਖ ਰਹੇ ਆ ਉਹ ਥੋੜਾ ਜਿਹਾ ਜਿਹੜਾ ਹੋਰ ਸੌਖਾ ਹੋ ਜਾਵੇ ਸਮਝਣਾ ਜੀ, ਕਿ ਗੁਰਬਾਣੀ ਦੀ ਜੀਵਨ ਜੁਗਤ ਦ੍ਰਿੜ ਕਰਾਉਣ ਲਈ ਗੁਰੂ ਸਾਹਿਬ ਨੇ ਜਿਹੜੇ ਉਹ ਆਮ ਜਿਹੜੇ ਪ੍ਰਚਲਿਤ ਧਰਮਾਂ ਵਿੱਚ ਜਿਹੜੇ ਵੱਖੋ ਵੱਖਰੇ ਧਰਮਾਂ ਵਿੱਚ ਵਿਸ਼ਵਾਸ ਪ੍ਰਚਲਿਤ ਸੀ ਜੀ, ਈਵਨ ਭਾਵੇਂ ਉਹ ਹਿੰਦੂ ਸੀ, ਹਿਜ਼ਮ ਸੀ, ਚਾਹੇ ਇਸਲਾਮ ਸੀ, ਜੈਨਿਜ਼ਮ ਸੀ, ਚਾਹੇ ਕਿਸੇ ਹੋਰ ਫਿਰਕੇ ਸੰਨਿਆਸੀ ਵੈਰਾਗੀ ਸੀਗੇ ਜੀ, ਗੁਰੂ ਸਾਹਿਬ ਨੇ ਉਹ ਸ਼ਬਦਾਵਲੀ ਦੀ ਵਰਤੋਂ ਕੀਤੀ ਹੋਈ ਆ। ਔਰ ਹਰ ਥਾਂ ਵਰਤੋਂ ਨਹੀਂ ਕੀਤੀ। ਗੁਰੂ ਸਾਹਿਬ ਨੇ ਦੇਖਿਆ ਕਿ ਜਿਨ੍ਹਾਂ ਨਾਲ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਸਾਨੂੰ ਮਿਲਦਾ ਜੀ, ਕਿ ਜੇ ਗੁਰੂ ਨਾਨਕ ਸਾਹਿਬ ਨੇ ਇਸਲਾਮ ਦੇ ਪੈਰੋਕਾਰਾਂ ਨਾਲ ਗੱਲ ਕੀਤੀ ਆ, ਉੱਥੇ ਉਹਨਾਂ ਨੇ ਧਰਮਰਾਜ, ਚਿੱਤਰਗੁਪਤ ਇਹ ਸ਼ਬਦ ਨਹੀਂ ਵਰਤੇ। ਠੀਕ, ਉੱਥੇ ਜਿਹੜੀ ਇਸਲਾਮਿਕ ਸ਼ਬਦਾਵਲੀ ਆ, ਜਿਹੜੀ ਉਹਨਾਂ ਦਾ ਜੋ ਵਿਸ਼ਵਾਸ ਆ, ਉਹਨਾਂ ਵਿੱਚ ਜੋ ਪ੍ਰਚਲਿਤ ਆ ਜੀ, ਜਿਹੜੀ ਉਹਨਾਂ ਦੇ ਦਿਲ ਦਿਮਾਗ ਵਿੱਚ ਬੈਠੀ ਹੋਈ ਆ, ਗੁਰੂ ਸਾਹਿਬ ਨੇ ਉਹੀ ਸ਼ਬਦਾਵਲੀ ਵਰਤੀ ਆ। ਉੱਥੇ ਨਾ ਜੋਗੀਆਂ ਵਾਲੀ ਸ਼ਬਦਾਵਲੀ ਆ, ਔਰ ਨਾ ਹੀ ਜਿਹੜੀ ਆ ਉਹ ਸੰਨਿਆਸੀਆਂ ਵੈਰਾਗੀਆਂ ਦੀ ਆ ਜੀ। ਉੱਥੇ ਤੁਸੀਂ ਦੇਖੋਗੇ ਬਾਣੀ ਵਿੱਚ ਕਿ ਨਰੋਲ ਇਸਲਾਮਿਕ ਸ਼ਬਦਾਵਲੀ ਆ। ਜੇ ਸੰਨਿਆਸੀਆਂ ਨਾਲ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਜੀ, ਤਾਂ ਉੱਥੇ ਜਿਹੜੀ ਸੰਨਿਆਸੀਆਂ ਦੀ ਜਿਹੜੀ ਧਾਰਨਾ, ਜੋ ਉਹਨਾਂ ਦੀਆਂ ਮਨੌਤਾਂ, ਉਹਨਾਂ ਦੇ ਵਿਸ਼ਵਾਸ ਆ, ਉਹਨਾਂ ਵਿੱਚ ਜਿਹੜੀ ਪ੍ਰਚਲਿਤ ਸ਼ਬਦਾਵਲੀ ਆ, ਗੁਰੂ ਸਾਹਿਬ ਨੇ ਉਹ ਸ਼ਬਦਾਵਲੀ ਵਰਤੀ ਆ। ਅਸੀਂ ਨੂੰ ਥੋੜਾ ਜਿਹਾ ਹੋਰ ਸੌਖਾ ਕਰਨ ਲਈ ਮੈਂ ਇਸ ਤਰ੍ਹਾਂ ਕਹਾਂ ਕਿ ਜੇ ਮੰਨ ਲਓ ਕਿਸੇ ਦੇ ਤੁਹਾਡੇ ਵਰਗੇ ਮੀਡੀਆ ਮੈਨ ਨਾਲ ਕਿਸੇ ਨੇ ਗੱਲ ਕਰਨੀ ਆ, ਕੋਈ ਗੱਲ, ਉਹ ਜਿਹੜੇ ਤੁਹਾਡੇ ਵੀ ਜਿਹੜੀਆਂ ਮੀਡੀਆ ਦੀ ਜਿਹੜੀ ਸ਼ਬਦਾਵਲੀ ਆ ਉਹਦੀ ਵਰਤੋਂ ਕਰੂਗਾ। ਬਿਲਕੁਲ। ਹੁਣ ਜੇ ਮੀਡੀਆ ਦੇ ਨਾਲ ਗੱਲ ਕਰਨ ਲੱਗਿਆ, ਜੇ ਅਸੀਂ ਉਹ ਡਾਕਟਰੀ ਪੇਸ਼ੇ ਦੀ ਜਾਂ ਧਾਰਮਿਕ ਖੇਤਰ ਦੀ ਸ਼ਬਦਾਵਲੀ ਵਰਤਣ ਲੱਗ ਪਈਏ ਤੇ ਉਹ ਗੱਲ ਨਹੀਂ ਸਮਝ ਲੱਗਣ ਲੱਗੀ। ਜੇ ਕਿ ਅਸੀਂ ਇਸ ਖਿੱਤੇ ਦੇ ਨਾਲ ਸੰਬੰਧਿਤ ਖੇਤਰ ਵਿੱਚ ਵਿਚਰਨ ਵਾਲਾ ਗੱਲ ਕਰਾਂਗੇ ਤਾਂ ਸਾਨੂੰ ਉਹ ਸ਼ਬਦਾਵਲੀ, ਉਹ ਟਰਮੀਨੋਲੋਜੀ ਯੂਜ਼ ਕਰਨੀ ਪੈਣੀ ਆ। ਠੀਕ। ਤਾਂ ਗੁਰੂ ਸਾਹਿਬ ਨੇ ਢੰਗ ਜਿਹੜਾ ਵਰਤਿਆ, ਉਹ ਗੁਰੂ ਸਾਹਿਬ ਦੇ ਕਾਮਯਾਬ ਹੋਣ ਦਾ ਕਾਰਨ ਇੱਕ ਮੁੱਖ ਇਹ ਵੀ ਸੀਗਾ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਆ, ਉਹਨਾਂ ਨਾਲ ਖਲੋ ਕੇ, ਉਹਨਾਂ ਦੇ ਵਿਸ਼ਵਾਸਾਂ ਨੂੰ ਲੈ ਕੇ ਜੀ, ਉਹਨਾਂ ਦੀਆਂ ਉਦਾਹਰਨਾਂ ਦੇ ਕੇ, ਉਹਨਾਂ ਦੇ ਹਵਾਲੇ ਦੇ ਕੇ ਹੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਸਮਝਾਈ ਆ। ਠੀਕ। ਔਰ ਜਿਸ ਕਾਰਨ ਲੋਕਾਂ ਨੂੰ ਗੱਲ ਉਹ ਸਮਝ ਵਿੱਚ ਆ ਗਈ ਜੀ। ਔਰ ਇਹ ਕਾਰਨ ਦੇਖਦੇ ਹਾਂ ਅਸੀਂ ਕਿ ਗੁਰੂ ਸਾਹਿਬ ਨੇ ਵੱਖੋ ਵੱਖਰੀ ਜਿਹੜੀ ਉਹ ਵਿਸ਼ਵਾਸ ਸਾਨੂੰ ਮਿਲਦੇ ਆ। ਉਹ ਇਸ ਲਈ ਕਿ ਸੱਜਣ ਭੁਲੇਖਾ ਖਾ ਜਾਂਦੇ ਆ ਕਿ ਇੱਕ ਥਾਂ ਗੁਰੂ ਸਾਹਿਬ ਨੇ ਕੁਝ ਕਹਿ ਦਿੱਤਾ, ਦੂਜੀ ਥਾਂ ਕੁਝ ਕਹਿ ਦਿੱਤਾ ਜੀ, ਪਰ ਜਦ ਕਿ ਗੱਲ ਗੁਰੂ ਸਾਹਿਬ ਨੇ ਜਿਹੜੀ ਸੰਨਿਆਸੀ ਨੂੰ ਸਮਝਾਈ ਆ, ਵੈਰਾਗੀ ਨੂੰ ਵੀ ਗੱਲ ਆਖੀ ਉਹੀ ਆ। ਠੀਕ। ਜੋਗੀ ਨੂੰ ਵੀ ਉਹੀ ਗੱਲ ਆਖੀ ਆ, ਇਸਲਾਮ ਦੇ ਪੈਰੋਕਾਰ ਨੂੰ ਵੀ ਗੱਲ ਉਹੀ ਆਖੀ ਹੈ। ਗੱਲ ਕੋਈ ਵੱਖੋ ਵੱਖਰੀ ਨਹੀਂ ਆਖੀ, ਲੇਕਿਨ ਸ਼ਬਦਾਵਲੀ, ਪਰ ਉਹ ਗੱਲ ਸਮਝਾਉਣ ਲਈ ਜਿਹੜੇ ਦ੍ਰਿਸ਼ਟਾਂਤ ਦਿੱਤੇ ਆ, ਜੋ ਹਵਾਲੇ ਦਿੱਤੇ ਆ ਜੀ, ਉਹ ਗੁਰੂ ਸਾਹਿਬ ਜੀ ਨੇ ਜੋ ਉਹਨਾਂ ਵਿੱਚ ਪ੍ਰਚਲਿਤ ਆ ਉਹ ਦਿੱਤੇ ਆ। ਠੀਕ। ਜੇ ਕਿਸਾਨ ਨਾਲ ਗੱਲ ਕੀਤੀ ਹੈ ਤੇ ਕਿਸਾਨੀ ਨਾਲ ਸੰਬੰਧਿਤ ਜਿਹੜੀ ਚੀਜ਼ਾਂ ਆ ਰਹੀਆਂ ਉਹਦੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਜੀ, ਉਹਨਾਂ ਦੀ ਵਰਤੋਂ ਕੀਤੀ ਆ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ। ਠੀਕ। ਗੁਰੂ ਸਾਹਿਬ ਨੇ ਉਹਨਾਂ ਦੀ ਵਰਤੋਂ ਕੀਤੀ ਆ। ਰਾਈਟ। ਇਹ ਵਰਤਾਰਾ ਜਿਹੜਾ ਸਮੁੱਚੀ ਬਾਣੀ ਵਿੱਚ ਸਹਿਜੀ ਦੇਖਿਆ ਜਾ ਸਕਦਾ। ਇਸ ਤੋਂ ਇਲਾਵਾ ਬਹੁਤ ਸਾਰੀ ਜਿਹੜੀਆਂ ਮਿਥਿਹਾਸਕ ਔਰ ਇਤਿਹਾਸਕ ਜਿਹੜੇ ਸਥਾਨ ਆ ਜਾਂ ਪਾਤਰ ਆ, ਉਹਨਾਂ ਦੀ ਗੱਲ ਗੁਰਬਾਣੀ ਵਿੱਚ ਆਉਂਦੀ ਆ। ਔਰ ਉਹਨਾਂ ਵਿੱਚ ਕੁਝ ਜਿਹੜੇ ਨਾ ਗੁਰੂ ਸਾਹਿਬ ਤੋਂ ਪਹਿਲਾਂ ਸੀ, ਨਾ ਗੁਰੂ ਸਾਹਿਬ ਦੇ ਟਾਈਮ ਸੀਗੇ, ਨਾ ਅੱਜ ਹੈਗੇ ਆ। ਠੀਕ। ਪਰ ਕਿਉਂਕਿ ਲੋਕਾਂ ਦੇ ਦਿਲ ਦਿਮਾਗ ਵਿੱਚ ਉਹ ਥਾਂ ਬੈਠੇ ਹੋਏ ਸੀਗੇ, ਗੁਰੂ ਸਾਹਿਬ ਨੇ ਉਹਨਾਂ ਦੀ ਵਰਤੋਂ ਕੀਤੀ ਆ। ਅਸੀਂ ਪਿਛਲੇ ਐਪੀਸੋਡਾਂ 'ਚ ਇੱਕ ਤਾਂ ਉਦਾਹਰਨ ਦਿੰਦਿਆਂ ਕਿਹਾ ਵੀ ਸੀਗਾ ਜੀ, ਕਿ ਜਿਹੜਾ ਪੁਰਾਣਾ 'ਚ ਮੰਨਿਆ ਗਿਆ ਆ ਕਿ ਜਿਹੜਾ ਕੁਬੇਰ ਦੇਵਤਾ ਹੈਗਾ, ਗੁਰੂ ਸਾਹਿਬ ਨੇ ਬੇਅੰਤਤਾ ਦਾ ਜ਼ਿਕਰ ਕਰਦਿਆਂ ਆਖੇ ਕਿ ਜੇ ਪਤਾ ਨਹੀਂ ਕਿੰਨੇ ਕੁ ਕੁਬੇਰ ਹੈਗੇ ਆ। ਇਸ ਤਰ੍ਹਾਂ ਕਾਮਧੇਨ ਬਾਰੇ ਆਖਿਆ ਕਿ ਪਤਾ ਨਹੀਂ ਕਿੰਨੇ ਕੁ ਕਾਮਧੇਨ ਹੈਗੀਆਂ। ਇਸੇ ਤਰ੍ਹਾਂ ਪੁਰਾਣ ਵਿੱਚ ਆਖਿਆ ਕਿ ਦੁੱਧ ਦਹੀਂ ਦੇ ਸਮੁੰਦਰ ਹੈਗੇ ਆ। ਗੁਰੂ ਸਾਹਿਬ ਨੇ ਆਖਿਆ ਪਤਾ ਨਹੀਂ ਕਿੰਨੇ ਕੁ ਹੈਗੇ ਆ। ਰਾਈਟ। ਪਰ ਇਹਦਾ ਭਾਵ ਇਹ ਨਹੀਂ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਚ ਮੰਨਿਆ, ਪ੍ਰੋੜਤਾ ਨਹੀਂ ਕੀਤੀ ਉਹਨਾਂ ਦੀ, ਪ੍ਰੋੜਤਾ ਨਹੀਂ ਕੀਤੀ, ਸਿਰਫ ਐਗਜ਼ਾਮਪਲ ਵਜੋਂ ਵਰਤੋਂ ਕੀਤੀ। ਇੱਥੇ ਜਿਹੜਾ ਸਿਰਫ ਹਵਾਲਾ ਦਿੱਤਾ ਹੋਇਆ, ਠੀਕ,
ਤਾਂ ਕਿ ਲੋਕਾਂ ਦੇ ਦਿਮਾਗ 'ਚ ਇਹ ਗੱਲ ਬੈਠ ਜਾਏ ਕਿ ਜਿਹੜਾ ਉਹ ਪਰਮਾਤਮਾ ਉਹ ਇਹਨਾਂ ਨਾਲੋਂ ਇੰਨਾ ਵੱਡਾ ਬੇਅੰਤ ਆ। ਜਿਵੇਂ ਇੱਕ ਮੈਂ ਬਾਣੀ ਨੂੰ ਪ੍ਰਮਾਣ ਦੇਣਾ ਚਾਹਾਂ ਕਾਮਧੇਨ ਬਾਰੇ, ਕਿ ਜਿਵੇਂ ਗੁਰੂ ਸਾਹਿਬ ਇੱਥਾਂ ਕਹਿੰਦੇ ਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮਧੇਨਾ। ਠੀਕ। ਹੁਣ ਗੁਰੂ ਸਾਹਿਬ ਇੱਥੇ ਰੱਬ ਦੀ ਸ਼ਰਨ ਆਉਣ ਲਈ ਮਨੁੱਖ ਨੂੰ ਪ੍ਰੇਰ ਰਹੇ ਆ, ਔਰ ਸਭ ਤੋਂ ਵੱਡਾ ਉਹਨੂੰ ਆਖ ਰਹੇ ਆ। ਰਾਈਟ। ਉਹ ਕਹਿੰਦੇ ਜਿਹੜੀ ਕਾਮਧੇਨ ਤੂੰ ਪੂਜਦਾ ਫਿਰਦਾ, ਉਹਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ, ਚਾਹੁੰਦਾ ਮੈਨੂੰ ਕਾਮਧੇਨ ਮਿਲ ਜਾਵੇ, ਉਹਦੀ ਪ੍ਰਸੰਨਤਾ ਹਾਸਲ ਹੋ ਜਾਵੇ, ਰੱਬ ਦੀ ਕਿਉਂ ਉਹਦੇ ਬਾਰੇ ਤੂੰ ਇਹ ਮੰਨਦਾ, ਇਹ ਖੁਦ ਮੰਨਦਾ ਕਿ ਉਹ ਪਦਾਰਥ ਦਿੰਦੀ ਆ। ਠੀਕ। ਪਰ ਤੂੰ ਉਹਦੀ ਸ਼ਰਨ ਵਿੱਚ ਆ ਜਿਹਦੇ ਅਧੀਨ ਇਹ ਕਾਮਧੇਨ ਗਊ ਆ। ਠੀਕ। ਔਰ ਕਾਮਧੇਨ ਤੈਨੂੰ ਸਿਰਫ ਪਦਾਰਥ ਦੇਊਗੀ, ਪਰ ਰੱਬ ਤਾਂ ਤੈਨੂੰ ਸਭ ਕੁਝ ਦੇਣ ਵਾਲਾ। ਜੀ। ਹੁਣ ਗੱਲ ਇਹ ਸਮਝਾਈ ਆ। ਠੀਕ। ਪਰ ਕਿਉਂਕਿ ਜਿਹੜੇ ਕਾਮਧੇਨ ਵਿੱਚ ਵਿਸ਼ਵਾਸ ਰੱਖਣ ਵਾਲੇ ਆ, ਗੁਰੂ ਸਾਹਿਬ ਨੇ ਉਹਨਾਂ ਨੂੰ ਉਹੀ ਉਹਨਾਂ ਦੀ ਧਾਰਨਾ ਉਹ ਸਾਹਮਣੇ ਰੱਖ ਕੇ ਉਹਨਾਂ ਨੂੰ ਰੱਬ ਦੀ ਓਟ ਲੈਣ ਲਈ ਪ੍ਰੇਰਿਆ ਜੀ, ਕਿ ਰੱਬ ਦੀ ਸ਼ਰਨ ਵਿੱਚ ਆਓ, ਉਹਦੇ ਅਧੀਨ ਇਹ ਸਭ ਕੁਝ ਆ। ਉਹਦੇ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਗਾਵਾਂ ਦੇ ਦਰ ਤੇ ਵਧੀਆਂ ਹੋਈਆਂ। ਠੀਕ। ਗੱਲ ਇਹ ਸਮਝਾਈ ਆ। ਰਾਈਟ। ਉੱਥੇ ਇਹ ਸਵਾਲ ਨਹੀਂ ਉਠਾਇਆ ਕਿ ਸੱਚਮੁੱਚ ਕਾਮਧੇਨ ਹੈ ਜਾਂ ਨਹੀਂ। ਉਹ ਸਾਡੇ ਵਾਂਗੂ ਕਟਾਵਟ ਨਹੀਂ ਕਰ ਲਵੇ, ਨਹੀਂ ਕੋਈ ਬਕਵਾਸ ਆ, ਕੁਝ ਨਹੀਂਗਾ, ਜਿਵੇਂ ਸਾਡੇ ਪ੍ਰਚਾਰਕ ਅਕਸਰ ਕਰਦੇ ਆ। ਜੀ। ਗੁਰੂ ਸਾਹਿਬ ਨੇ ਇਹ ਢੰਗ ਨਹੀਂ ਵਰਤਿਆ, ਬਲਕਿ ਉਹਨਾਂ ਦੇ ਹੀ ਜਿਹੜਾ ਉਹ ਹਵਾਲਾ ਉਹਨਾਂ ਦੇ ਪ੍ਰਚਲਿਤ ਲੈ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ। ਰਾਈਟ। ਇਸੇ ਤਰ੍ਹਾਂ ਇਹ ਧਾਰਮਿਕ ਦੁਨੀਆ ਵੀ ਇਹ ਸ਼ਬਦਾਵਲੀ ਪ੍ਰਚਲਿਤ ਸੀ, ਕਿਉਂਕਿ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਬੈਠੀ ਹੋਈ ਸੀ। ਗੁਰੂ ਸਾਹਿਬ ਜੀ ਨੇ ਉਸ ਸ਼ਬਦਾਵਲੀ ਨੂੰ ਵਰਤਿਆ। ਉਸ ਸ਼ਬਦਾਵਲੀ ਵਿੱਚੋਂ ਧਰਮਰਾਜ ਸ਼ਬਦ ਵੀ ਆ, ਔਰ ਗੁਰਬਾਣੀ ਵਿੱਚ ਬਹੁਤ ਥਾਈਂ ਧਰਮਰਾਜ ਸ਼ਬਦ ਵਰਤਿਆ ਆ। ਜੀ। ਔਰ ਇਸ ਦਾ ਜੋ ਪੁਰਾਣਾ ਵਿੱਚ ਧਰਮਰਾਜ ਬਾਰੇ ਜੋ ਪ੍ਰਚਲਿਤ ਆ, ਅਸੀਂ ਇਸ ਦੀ ਜਿਹੜੀ ਚਰਚਾ ਕਰਨ ਤੋਂ ਪਹਿਲਾਂ ਥੋੜਾ ਜਿਹਾ ਜਿਹੜਾ ਸੰਖੇਪ ਵਿੱਚ ਗੁਰਬਾਣੀ ਵਿੱਚ ਇਹਦਾ ਭਾਵ ਲਿਆ ਗਿਆ, ਇਹਦੀ ਚਰਚਾ ਕਰਨ ਤੋਂ ਪਹਿਲਾਂ ਅਸੀਂ ਜੋ ਆਮ ਜਿਹੜੀ ਧਾਰਨਾ ਪਾਈ ਜਾਂਦੀ ਆ ਜੀ ਧਰਮਰਾਜ ਬਾਰੇ, ਉਹ ਜ਼ਰੂਰ ਉਹ ਜਿਹੜੀ ਥੋੜੀ ਟੱਚ ਕਰ ਲਈਏ, ਵਿਸਤਾਰ ਨਾਲ ਥੋੜਾ ਜਿਹਾ ਟੱਚ ਕਰ ਲਈਏ। ਕਿ ਧਰਮਰਾਜ ਬਾਰੇ ਇਹ ਮੰਨਿਆ ਜਾਂਦਾ ਕਿ ਉਹ ਇੱਕ ਜੱਜ ਆ। ਰਾਈਟ। ਜੱਜ ਦੀ ਹੈਸੀਅਤ ਆ ਧਰਮਰਾਜ ਦੀ। ਠੀਕ। ਔਰ ਹਰ ਬੰਦਾ ਜਦੋਂ ਮਰਦਾ ਤਾਂ ਉਹਦੇ ਸਾਹਮਣੇ ਜਮਦੂਤ ਆ, ਜਿਹੜੇ ਉਹਦੇ ਨੌਕਰ ਆ, ਉਹ ਉਹਨੂੰ ਫੜ ਕੇ ਉਹਦੀ ਰੂਹ ਨੂੰ ਉਹਦੇ ਪੇਸ਼ ਕਰਦੇ ਆ। ਰਾਈਟ। ਔਰ ਜਿਹੜਾ ਚਿੱਤਰਗੁਪਤ ਆ, ਉਹ ਹਿਸਾਬ ਕਿਤਾਬ ਜਿਹੜਾ ਉਸਦੇ ਸਾਹਮਣੇ ਪੇਸ਼ ਕਰਦਾ। ਠੀਕ। ਕਿ ਵੀ ਨੇ ਆਹ ਕੰਮ ਕੀਤਾ, ਚੰਗਾ ਕੀਤਾ, ਮਾੜਾ ਕੀਤਾ। ਫਿਰ ਉਹ ਜੱਜ ਦੀ ਹੈਸੀਅਤ ਵਿੱਚ ਫਿਰ ਉਹ ਇਸ ਚੀਜ਼ ਦਾ ਨਿਆਂ ਕਰਦਾ ਬਈ ਇਹਨੂੰ ਨਰਕਾਂ 'ਚ ਭੇਜਣਾ, ਸੁਰਗ ਵੀ ਭੇਜਣਾ। ਫਿਰ ਇਹ ਗੱਲ ਸਿਲਸਿਲਾ ਤੁਰਿਆ ਜਾਂਦਾ। ਜੀ। ਹੁਣ ਗੁਰਬਾਣੀ ਵਿੱਚ ਜਿਹੜਾ ਜੱਜ ਆ, ਇਨਸਾਫ ਕਰਨ ਵਾਲਾ, ਉਹ ਕੇਵਲ ਰੱਬ ਨੂੰ ਆਖਿਆ। ਠੀਕ। ਇਹ ਗੁਰਬਾਣੀ ਬੜਾ ਸਪਸ਼ਟ ਆ। ਹੋਰ ਵੀ ਦੱਸਿਆ ਉਹ ਕਿੱਥੇ ਬੈਠਾ ਹੋਇਆ। ਰਾਈਟ। ਗੁਰੂ ਸਾਹਿਬ ਨੇ ਕਿਹਾ ਅੰਦਰ ਰਾਜਾ ਤਖਤ ਹੈ, ਬੈਠਾ ਕਰੇ ਨਿਆਂ। ਠੀਕ। ਗੁਰੂ ਸਾਹਿਬ ਕਹਿੰਦੇ ਆ ਕੋਈ ਵੱਖਰਾ ਉਹ ਡੇਰਾ ਲਾ ਕੇ ਨਹੀਂ ਬੈਠਾ ਹੋਇਆ, ਉਹ ਨਿਆਂਕਾਰ ਹਰ ਮਨੁੱਖ ਦੇ ਅੰਦਰ ਬੈਠਾ ਹੋਇਆ। ਜੀ। ਔਰ ਅੰਦਰ ਬੈਠਾ ਹੋਇਆ ਉਹ ਨਿਆਂ ਕਰ ਰਿਹਾ। ਠੀਕ। ਇੱਥੇ ਗੁਰੂ ਸਾਹਿਬ ਦੀ ਪ੍ਰਚਲਿਤ ਧਾਰਨਾ ਉਹਨੂੰ ਰੱਦ ਕਰ ਰਹੇ ਆ ਕਿ ਕਿਸੇ ਧਰਮ ਦਾ ਸਾਨੂੰ ਪੇਸ਼ ਹੋਣਾ ਪੈਣਾ। ਔਰ ਗੁਰੂ ਸਾਹਿਬ ਨਾਲ ਇਹ ਵੀ ਕੰਡੈਮ ਕਰ ਰਹੇ ਆ ਕਿ ਮਰਨ ਮਗਰੋਂ ਜੀ ਉਹ ਕਹਿੰਦੇ ਜਿਉਂਦੇ ਜੀ ਜਿਹੜਾ ਉਹ ਤੇਰੇ ਅੰਦਰ ਬੈਠਾ ਹੋਇਆ, ਨਾਲ ਨਾਲ ਜਿਹੜਾ ਤੈਨੂੰ ਹਰ ਕਰਮ ਦਾ ਜਦੋਂ ਪ੍ਰਤੀਕਰਮ ਹੋ ਰਿਹਾ, ਤੈਨੂੰ ਕਿਧਰੇ ਤੈਨੂੰ ਪ੍ਰਤੱਖ ਰੂਪ ਵਿੱਚ, ਕਿਤੇ ਅਪਰੋਖ ਰੂਪ ਵਿੱਚ ਤੈਨੂੰ ਜਿਹੜਾ ਉਹਦਾ ਫਲ ਜਾਂ ਸਜ਼ਾ ਮਿਲ ਰਹੀ ਆ। ਜੀ। ਔਰ ਨਾਲੋਂ ਨਾਲੋਂ ਕਰ ਰਹੇ ਆ। ਜਿਹੜਾ ਧਰਮਰਾਜ ਆ, ਇਹਨੂੰ ਜਿਹੜਾ ਜੰਮ ਵੀ ਆਖਿਆ ਗਿਆ। ਠੀਕ। ਜੰਮ ਵੀ ਧਰਮਰਾਜ ਦਾ ਨਾਂ ਹੀ ਆ। ਅੱਛਾ ਜੀ। ਧਰਮਰਾਜ ਨੂੰ ਸੂਰਜ ਦਾ ਪੁੱਤਰ ਆਖਿਆ ਗਿਆ। ਮਤਲਬ ਇਹ ਮੰਨਿਆ ਗਿਆ ਕਿ ਧਰਮਰਾਜ ਜਿਹੜਾ ਇਹ ਧਰਮਰਾਜ ਦਾ ਪੁੱਤਰ ਆ। ਓਕੇ। ਮੇਰਾ ਸੂਰਜ ਦੇਵਤਾ, ਜਿਸ ਦੇਵਤਾ ਮੰਨਿਆ ਗਿਆ, ਜਦੋਂ ਪ੍ਰਕਾਸ਼ ਮਿਲਦਾ ਸੀ, ਜੀਵਨ ਦੇ ਨਾਲ ਜੁੜਿਆ ਆ, ਉਸ ਲਈ ਇਹ ਮੰਨਿਆ ਗਿਆ ਕਿ ਧਰਮਰਾਜ ਜਿਹੜਾ ਇਹ ਸੂਰਜ ਦਾ ਪੁੱਤਰ ਆ। ਔਰ ਇਸ ਲਈ ਗੁਰਬਾਣੀ ਵਿੱਚ ਵੀ ਇਹਨੂੰ ਭਾਣ ਸੁਤ ਆਖਿਆ ਆ। ਭਾਣ ਸੂਰਜ। ਹੁਣ ਜੇ ਕੋਈ ਮੇਰਾ ਵੀਰ ਭੈਣ ਆਖੇ ਕਿ ਗੁਰਬਾਣੀ ਦੇਖੋ ਜੀ, ਗੁਰਬਾਣੀ ਸਪਸ਼ਟ ਆਖਿਆ ਕਿ ਉਹ ਭਾਣ ਸੁਤ ਜਿਹੜਾ ਸੂਰਜ ਦਾ ਦੇਵਤਾ, ਜਿਹੜਾ ਸੂਰਜ ਦਾ ਇਹ ਪੁੱਤਰ ਆ, ਅਸੀਂ ਇਨਕਾਰ ਕਿਵੇਂ ਕਰ ਸਕਦੇ ਹਾਂ? ਹੁਣ ਸੂਰਜ ਜਿਹੜਾ ਇਹ ਤੁਹਾਨੂੰ ਵੀ ਪਤਾ, ਆਮ ਬੰਦੇ ਨੂੰ ਪਤਾ ਸੂਰਜ ਕੀ ਆ ਜੀ। ਸੂਰਜ ਜਿਹੜਾ ਉਹ ਸਾਡੇ ਜੀਵਨ ਦਾ ਜਿਹੜਾ ਉਹ ਬੜਾ ਮੁੱਢਲਾ ਤੱਤ ਆ ਜੀ। ਉਹਦੇ ਨਾਲ ਜੀਵਨ ਜਿਹੜਾ ਬਹੁਤ ਜੁੜਿਆ ਆ, ਪਰ ਉਹ ਸਾਡੇ ਵਾਂਗੂ ਜੀਵਤ ਪ੍ਰਾਣੀ ਨਹੀਂ। ਬਿਲਕੁਲ। ਕਿ ਜਿਹੜਾ ਵਿਆਹ ਕਰਕੇ ਫਿਰ ਉਹ ਉਹਨਾਂ ਦੇ ਇਸਤਰੀ ਪੁਰਸ਼ ਦੇ ਮੇਲ ਰਾਹੀਂ ਜਿਹੜਾ ਉਹ ਕੋਈ ਧੀਆਂ ਪੁੱਤਰ ਪੈਦਾ ਹੋਣਗੇ। ਠੀਕ। ਉਹ ਜਿਹੜੀ ਜਮੀ ਆ, ਜਿਹਦੇ ਦੂਜੇ ਨੂੰ ਪੂਜਾ ਕਰਦੇ ਆ, ਕਤਕੇ ਦੂਜੇ ਨੂੰ ਪੂਜਾ ਕਰਦੇ ਆ, ਜਮ ਦੋਵੇਂ ਭੈਣ ਭਰਾ ਮੰਨੇ ਗਏ ਆ। ਅੱਛਾ ਜੀ। ਇਹ ਪੁਰਾਣਾ ਵਿੱਚ ਇਹਨਾਂ ਦੋਨਾਂ ਨੂੰ ਮੰਨਿਆ ਕਿ ਦੋਨੋਂ ਸਕੇ ਭੈਣ ਭਰਾ। ਅੱਛਾ ਜੀ। ਔਰ ਇਹ ਮੰਨਿਆ ਗਿਆ ਕਿ ਇਹ ਜਿਹੜਾ ਸੂਰਜ ਦਾ ਪੁੱਤਰ ਆ, ਔਰ ਇਹਦਾ ਬਕਾਇਦਾ ਜਿਹੜਾ ਮਹਲ ਬਣਿਆ ਆ, ਹਰੇ ਰੰਗ ਦਾ, ਇਹ ਝੋਟੇ ਦੀ ਸਵਾਰੀ ਕਰਦਾ, ਇਹ ਪੁਰਾਣਾ ਨਹੀਂ ਮੰਨਿਆ ਗਿਆ। ਇਹ ਉਹਦਾ ਰੂਪ ਦੱਸਿਆ ਗਿਆ। ਔਰ ਕਥਾ ਇਹ ਘੜੀ ਗਈ ਆ ਕਿ ਇੱਕ ਰਾਜਾ ਬੜਾ ਜਿਹੜਾ ਸੀਗਾ,
ਇਹਦੇ ਨਾਲ ਚਿਤਰਗੁਪਤ ਸੰਬੰਧੀ ਵੀ ਕਹਾਣੀ ਪ੍ਰਚਲਿਤ ਆ, ਧਰਮਰਾਜ ਪ੍ਰਤੀ ਵੀ, ਕਿ ਇਸੇ ਤਰ੍ਹਾਂ ਕਿ ਕਿਵੇਂ ਇਹਨਾਂ ਨੂੰ ਉਠਾ ਕੇ ਇਹਨਾਂ ਨੂੰ ਇਹ ਡਿਊਟੀ ਜਿਹੜੀ ਸੌਂਪੀ ਗਈ ਆ, ਜੀ ਵੱਖ ਵੱਖਰੀਆਂ ਧਾਰਨਾ ਪ੍ਰਚਲਿਤ ਆ। ਹੂੰ ਔਰ ਕਿਉਂਕਿ ਜੰਮ ਹੀ ਜਿਹੜਾ ਧਰਮਰਾਜ ਆ, ਇਹ ਲਈ ਭਾਈ ਗੁਰਦਾਸ ਜੀ ਨੇ ਜਦੋਂ ਆਪਣੀ ਇੱਕ ਵਾਰ ਵਿੱਚ ਗੱਲ ਕੀਤੀ ਹੋਈ ਆ ਜੀ ਕਿ ਸੂਰਜ ਕਰ ਅਵਤਾਰ ਲੈ, ਭਾਈ ਗੁਰਦਾਸ ਜੀ ਉਹ ਪ੍ਰਚਲਿਤ ਸਾਖੀ ਵੱਲ ਜ਼ਿਕਰ ਇਸ਼ਾਰਾ ਕਰਦੇ ਆ ਜੀ ਕਿ ਸੂਰਜ ਕਰ ਅਵਤਾਰ ਲੈ, ਧਰਮਰਾਜ ਵਿਚਾਰਨ ਜਾਏ ਬੈਠਾ, ਮੁਰਦੇ ਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਰੀਠਾ। ਜੀ ਇਹ ਮੂਰਤ ਇੱਕੋ ਹੈਗੀ ਆ, ਹਸਤੀ ਇੱਕੋ ਆ, ਹੂੰ ਪਰ ਇਹਦੇ ਦੋ ਨਾਂ, ਹੂੰ ਧਰਮਰਾਜ ਔਰ ਜਮਰਾਜ। ਠੀਕ ਹੈ ਉਹਦਾ ਕਿ ਕਾਰਨ ਦੱਸ ਰਹੇ ਆ ਕਿ ਡਿੱਠਾ ਧਰਮ ਰਾਏ ਪਾਪ ਕਮਾਏ, ਪਾਪੀ ਜਮ ਡਿੱਠਾ। ਜੀ ਜਿਹੜਾ ਧਰਮੀ ਸੀਗਾ, ਕਿਉਂਕਿ ਉਹਨੇ ਨਿਆਂ ਕੀਤਾ, ਉਹਨਾਂ ਨੂੰ ਫਲ ਦਿੱਤਾ, ਸਵਰਗ ਵਿੱਚ ਭੇਜ ਦਿੱਤਾ, ਇਨਾਮ ਦਿੱਤਾ, ਇਸ ਲਈ ਉਹਨੂੰ ਲੱਗਾ ਵੀ ਇਹ ਧਰਮਰਾਜ ਆ। ਪਰ ਜਿਹਨਾਂ ਨੂੰ ਸਜ਼ਾ ਮਿਲੀ ਤੇ ਉਹਨਾਂ ਆਖਿਆ ਜਮ ਆ। ਰਾਈਟ ਮਤਲਬ ਲੋਕਾਂ ਦੀ ਧਾਰਨਾ ਬਣੀ ਹੋਈ ਸੀ। ਜੀ ਇਹ ਧਾਰਨਾਵਾਂ ਜਿਹੜੀਆਂ ਬਣੀਆਂ ਪਈਆਂ ਜੀ, ਇਸ ਬਾਰੇ ਹੋਰ ਗੱਲਬਾਤ ਕਰਨੇ ਲੈ ਕੇ ਛੋਟੀ ਜੀ ਬ੍ਰੇਕ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਸਾਨੂੰ ਧਰਮਰਾਜ ਦਾ ਜਿਹੜਾ ਸੰਕਲਪ ਹੈ ਗੁਰਬਾਣੀ ਵਿੱਚ ਕੀ ਹੈ ਉਸ ਦੇ ਬਾਰੇ ਗੱਲਬਾਤ ਕਰ ਰਹੇ ਨੇ, ਤੇ ਬ੍ਰੇਕ ਤੋਂ ਪਹਿਲਾਂ ਧਰਮਰਾਜ ਦੇ ਬਾਰੇ ਜਿਹੜਾ ਜਮਰਾਜ ਵੀ ਕਿਹਾ ਜਾਂਦਾ ਉਸ ਬਾਰੇ ਗੱਲਬਾਤ ਚੱਲ ਰਹੀ ਸੀ। ਆਓ ਹੋਰ ਜਾਣਕਾਰੀ ਲੈ ਰਹੇ ਹਾਂ ਜੀ ਭਾਈ ਸਾਹਿਬ। ਹਾਂਜੀ, ਧਰਮਰਾਜ ਸੰਬੰਧੀ ਗੱਲ ਕਰ ਰਹੇ ਸੀ ਕਿ ਭਾਈ ਗੁਰਦਾਸ ਜੀ ਨੇ ਵੀ ਜਦੋਂ ਆਪਣੀ ਵਾਰ ਦੀ ਪੌੜੀ ਵੀ ਦੱਸਿਆ ਆ, ਜੀ ਤਾਂ ਉਹਨਾਂ ਨੇ ਪ੍ਰਚਲਿਤ ਜਿਹੜੀ ਧਾਰਨਾ ਉਹਦਾ ਮੈਂਸ਼ਨ ਕਰਕੇ ਗੁਰਮਤਿ ਦ੍ਰਿੜ ਕਰਵਾਈ ਹੋਈ ਆ। ਠੀਕ ਹੈ ਜਿਵੇਂ ਗੁਰਬਾਣੀ ਵਿੱਚ ਇਹਦਾ ਜ਼ਿਕਰ ਆਉਣ ਦਾ ਇਹ ਭਾਵ ਨਹੀਂ ਕਿ ਉਹਨੂੰ ਸੱਚ ਮੰਨਿਆ ਆ, ਰਾਈਟ ਪਰ ਜੋ ਲੋਕਾਂ ਵਿੱਚ ਪ੍ਰਚਲਿਤ ਆ ਉਹਨੂੰ ਲੈ ਕੇ ਉਹਨਾਂ ਨੇ ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਹੋਇਆ। ਠੀਕ ਤਾਂ ਭਾਈ ਗੁਰਦਾਸ ਇਹਦੇ ਵਿੱਚ ਜ਼ਿਕਰ ਕਰ ਰਿਹਾ ਕਿ ਜਿਹੜੇ ਪਾਪੀ ਸੀ ਉਹਨਾਂ ਨੇ ਉਹਨੂੰ ਜਮਰਾਜ ਦੇ ਰੂਪ ਵਿੱਚ ਦੇਖਿਆ। ਠੀਕ ਪਾਪੀ ਨੂੰ ਪਛਤਾਇੰਦਾ, ਧਰਮੀ ਨਾਲ ਬੁਲੇਂਦਾ। ਜਿਹੜਾ ਪਾਪੀ ਆ ਉਹਨੂੰ ਬੜੇ ਕਰੜਾਈ ਨਾਲ ਪੇਸ਼ ਆਉਂਦਾ, ਜਿਹੜੇ ਧਰਮੀ ਮਨੁੱਖ ਆ ਉਹਨਾਂ ਨੂੰ ਬੜਾ ਪਿਆਰ ਵਾਲਾ ਵਰਤਾਓ ਕਰਦਾ। ਜੀ ਇਹ ਪ੍ਰਚਲਿਤ ਧਰਮਰਾਜ ਸੰਬੰਧੀ ਜਿਹੜੀ ਧਾਰਨਾ ਬਣੀ ਹੋਈ ਸੀ। ਹਾਂ ਹਾਂ ਵੈਰੀ ਦੇਖਣ ਵੈਰ ਪਾਏ, ਮਿੱਤਰ ਪਾਏ ਕਰ ਦੇਖਣ ਇਠਾ, ਨਰਕ ਸੁਰਗ ਵਿੱਚ ਪੁੰਨ ਪਾ, ਵਾਰ ਸਰਾਪ ਜਾਨਨ ਅਬਰਿਠਾ, ਦਰਪਨ ਰੂਪ ਜਵੇਹੀ ਪਿੱਠਾ। ਭਾਈ ਸਾਹਿਬ ਪ੍ਰਚਲਿਤ ਧਾਰਨਾ ਦਾ ਇਸ ਰੂਪ ਇਸ ਪੌੜੀ ਵਿੱਚ ਜ਼ਿਕਰ ਕਰਦੇ ਆ। ਜੀ ਔਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਈ ਥਾਈਂ ਜ਼ਿਕਰ ਕੀਤਾ ਕਿ ਜਿਹੜੇ ਗੁਰੂ ਦੀ ਮੱਤ ਲੈ ਕੇ ਤੁਰਨ ਵਾਲੇ ਬੰਦੇ ਆ ਉਹਨਾਂ ਦੀ ਧਰਮਰਾਜ ਵੀ ਆਓ ਭਗਤ ਕਰਦਾ, ਰਾਈਟ ਉਹਨਾਂ ਨੂੰ ਜੀ ਆਇਆਂ ਆਖਦਾ। ਉਹ ਗੁਰਬਾਣੀ 'ਚ ਵੱਖੋ ਵੱਖਰੇ ਢੰਗ ਵਾਸੀ ਅੱਗੇ ਜਾ ਕੇ ਚਰਚਾ ਕਰਾਂਗੇ ਜੀ ਕਿ ਗੁਰਬਾਣੀ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਧਰਮਰਾਜ ਆਇਆ ਆ, ਵੱਖੋ ਵੱਖਰੇ ਥਾਵਾਂ ਤੇ ਵਰਤਿਆ ਗਿਆ ਔਰ ਕਿਸ ਰੂਪ 'ਚ ਆਇਆ ਔਰ ਕਿਉਂ ਆਇਆ, ਅਸੀਂ ਇਹਦੀ ਥੋੜੀ ਵਿਸਥਾਰ ਨਾਲ ਚਰਚਾ ਕਰਾਂਗੇ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਫਲਾਣੀ ਥਾਂ ਦਾ ਧਰਮਰਾਜ ਨੂੰ ਇਹ ਆਖਿਆ ਉਹ ਆਖਿਆ ਆ। ਰਾਈਟ ਤੋ ਇੱਕ ਤਾਂ ਜਿਹੜਾ ਉਹ ਸ਼ਬਦ ਆਉਂਦਾ ਜਿੱਦਾਂ ਪੱਟਾਂ ਦੇ ਸਵਈਆਂ ਵਿੱਚ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਇੱਕ ਸਮਾਨ ਧਿਆਨ ਸੋ ਨਾਮ ਸੁਨੇ ਸੁਧ ਭਾਨ ਡਰਿਓ। ਸੁਧ ਭਾਨ ਜਾਂ ਪਹਿਲਾਂ ਚਰਚਾ ਕੀਤੀ ਆ ਕਿ ਸੂਰਜ ਦਾ ਪੁੱਤਰ ਧਰਮਰਾਜ, ਰਾਈਟ ਕਿ ਧਰਮਰਾਜ ਵੀ ਉਹਨਾਂ ਤੋਂ ਡਰਦਾ ਜਿੱਥੇ ਉਹ ਜੱਜ ਆ। ਠੀਕ ਹੁਣ ਤੁਸੀਂ ਆਮ ਦੇਖੋ ਜਿਹੜਾ ਜੱਜ ਆ, ਮੰਨ ਲਓ ਜਿਹੜਾ ਨਿਆਂ ਕਰਨ ਲਈ ਕੁਰਸੀ ਤੇ ਬੈਠਾ ਆ, ਉਹ ਭਾਵੇਂ ਕੋਈ ਸੱਚਾ ਝੂਠਾ ਉਹ ਡਰਦਾ ਨਹੀਂ, ਜੀ ਉਹਨਾਂ ਦਾ ਇਨਸਾਫ ਕਰਨਾ ਠੀਕ ਉਹਦਾ ਕੰਮ ਆ। ਜੇ ਸੱਚਾ ਬੰਦਾ ਉਹਨੂੰ ਦੱਸਣਾ ਵੀ ਇਹ ਬੰਦਾ ਠੀਕ ਆ, ਇਹ ਬਾਇਜ਼ ਬਰੀ ਕੀਤਾ ਜਾਵੇ, ਰਾਈਟ ਪਰ ਇਹ ਨਹੀਂ ਕਿ ਉਹਨੂੰ ਡਰ ਲੱਗਣ ਲੱਗ ਪਵੇ ਵੀ ਇਹ ਆ ਗਿਆ ਮੈਂ ਉਹ ਕੁਰਸੀ ਛੱਡ ਕੇ ਭੱਜਣ ਲੱਗ ਪਵੇ। ਪਰ ਗੁਰੂ ਸਾਹਿਬ ਮਨੁੱਖ ਨੂੰ ਜਿਹੜੀ ਪ੍ਰਚਲਿਤ ਸੋਚ ਆ ਉਦੋਂ ਉੱਪਰ ਉਠਾਉਣ ਲਈ ਆਖਦੇ ਆ ਕਿ ਉਹਨਾਂ ਨੂੰ ਵੇਖਦੇ ਉਹ ਵੀ ਡਰਨ ਲੱਗ ਪੈਂਦਾ। ਰਾਈਟ ਔਰ ਫਿਰ ਦੂਜੇ ਥਾਂ ਇਹ ਵੀ ਆਖਿਆ ਕਿ ਜਿਹੜੇ ਗੁਰਮੁਖ ਆ ਉਹਨਾਂ ਨੂੰ ਧਰਮਰਾਜ ਦਾ ਕੋਈ ਡਰ ਨਹੀਂ ਰਹਿੰਦਾ, ਜੀ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਸਲ ਧਰਮਰਾਜ ਹੈ ਕਿ ਇਸ ਲਈ ਹਮੇਸ਼ਾ ਉਹ ਸੁਚੇਤ ਰਹਿੰਦੇ ਆ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੀ ਪੁਰਾਣਾ ਦੀ ਇਹ ਧਾਰਨਾ ਉਹਨਾਂ ਵਿੱਚ ਵੀ ਇਹ ਮੰਨਿਆ ਗਿਆ ਜੀ ਕਿ ਧਰਮਰਾਜ ਆਪਣੇ ਦੂਤ ਨੂੰ ਕਹਿੰਦਾ, ਦੂਤਾਂ ਨੂੰ ਬੁਲਾ ਕੇ ਕਿ ਜਿੱਥੇ ਵਿਸ਼ਨੂੰ ਦੀ ਨਾਰਾਇਣ ਦੀ ਕਥਾ ਹੁੰਦੀ ਹੋਵੇ, ਉਹਦਾ ਕੋਈ ਭਗਤ ਹੋਵੇ, ਤੁਸੀਂ ਭੁੱਲ ਕੇ ਵੀ ਉੱਥੇ ਨਾ ਜਾਇਓ, ਨਹੀਂ ਤਾਂ ਮੈਨੂੰ ਵੀ ਸਜ਼ਾ ਮਿਲੂਗੀ। ਔਰ ਗੁਰਬਾਣੀ ਦਾ ਇੱਕ ਪਾਵਨ ਫਰਮਾਨ ਜਿਹਦੇ ਵਿੱਚ ਗੁਰੂ ਸਾਹਿਬ ਜਿਹੜੀ ਧਾਰਨਾ ਉਹ ਗੁਰਮੁਖਤਾਈ ਨੂੰ ਗੁਰੂ ਦੀ ਮੱਤ ਜਿਨ੍ਹਾਂ ਲਈ ਆ ਉਹਦੀ ਸ੍ਰੇਸ਼ਟਤਾ ਨੂੰ ਦਰਸਾਉਣ ਲਈ ਗੁਰੂ ਸਾਹਿਬ ਨੇ ਆਖਿਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁਟੈ, ਨਿਕਟ ਨਾ ਜਾਹੀਓ ਦੂਤ। ਠੀਕ ਧਰਮਰਾਜ ਵੱਲੋਂ ਇਹ ਸ਼ਬਦ ਕਢਵਾਏ ਆ, ਮਤਲਬ ਗੁਰੂ ਸਾਹਿਬ ਦੇ ਸ਼ਬਦ ਆਪਣੇ ਆ, ਰਾਈਟ ਪਰ ਧਰਮਰਾਜ ਦੇ ਮੂੰਹ ਇਹ ਸ਼ਬਦ ਕਢਵਾ ਰਹੇ ਆ ਜੀ। ਇਹ ਸੱਚ ਦਰਸਾਉਣ ਲਈ, ਇਹ ਦਰਸਾਉਣ ਲਈ ਕਿ ਜਿਹੜੇ ਮਨੁੱਖ ਸਤਸੰਗ ਕਰਦੇ ਆ ਉਹਨਾਂ ਨੂੰ ਕਿਸੇ ਜਮ ਦਾ ਡਰ ਨਹੀਂ ਰਹਿੰਦਾ, ਰਾਈਟ ਉਹ ਨਿਰਖੌਫ ਨਿਰਭੈ ਹੋ ਕੇ ਆਪਣੀ ਜ਼ਿੰਦਗੀ ਦਾ ਇਹ ਸਫ਼ਰ ਤੈਅ ਕਰਦਾ।
ਔਰ ਗੁਰਬਾਣੀ ਨੇ ਇਸ ਭਾਵ ਨੂੰ ਦਰਸਾਉਣ ਲਈ ਧਰਮਰਾਜ ਦੇ ਮੂੰਹ ਇਹ ਸ਼ਬਦ ਪਾ ਕੇ ਇਹ ਗੱਲ ਅਖਵਾਈ ਆ। ਇਹ ਨਹੀਂ ਕਿ ਧਰਮਰਾਜ ਸੱਚਮੁੱਚ ਜਿਹੜਾ ਐਸਾ ਆਖਦਾ ਜੀ, ਪਰ ਕੇਵਲ ਇਹ ਪੱਖ ਦਰਸਾਉਣ ਲਈ ਗੁਰੂ ਸਾਹਿਬ ਨੇ ਇਹ ਜਿਹੜਾ ਇਸ ਰੂਪੀ ਦਰਸਾਇਆ। ਔਰ ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਜਿਹਦਾ ਸ਼ਲੋਕ ਆ ਉਹਦੇ ਵਿੱਚ ਇਸ ਭਾਵ ਨੂੰ ਸਪਸ਼ਟ ਕੀਤਾ ਆ ਕਿ ਨਾਨਾ ਰਨ ਤੇ ਸੀਜੀ ਹੈ ਆਤਮ ਜੀਤੈ ਕੋਏ, ਹਉਮੈ ਅਨਸੂ ਲੜ ਮਰੈ ਸੋ ਸੋਭਾ ਦੂ ਹੋਏ, ਮਨੀ ਮਿਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ਼, ਮਨੁਆ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ, ਨਾ ਕੋ ਜਾਣੈ ਆਪਨੇ ਏਕੈ ਟੇਕ ਆਧਾਰ, ਰਹਿਣ ਦਿਨ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ, ਰੇਣ ਸਗਲ ਇਆ ਮਨ ਕਰੈ ਇਉ ਕਰਮ ਕਮਾਏ, ਹੁਕਮੇ ਬੁਝੈ ਸਦਾ ਸੁਖ ਨਾਨਕ ਲਿਖਿਆ ਪਾਏ। ਹੁਣ ਸਤਿਗੁਰੂ ਨੇ ਉਹ ਸ਼ਲੋਕ ਵਿੱਚ ਜਿਹੜਾ ਭਾਵ ਦੱਸਿਆ ਸੀਗਾ ਜੀ, ਉਹਨੂੰ ਫਿਰ ਆਪਣਾ ਭਾਵ ਜਿਹੜਾ ਉਹ ਦੱਸੋ। ਜਿਸ ਭਾਵ ਵਿੱਚ ਸਤਿਗੁਰੂ ਨੇ ਇਹ ਸ਼ਬਦ ਵਰਤੇ ਆ, ਇਸ ਪੌੜੀ ਵਿੱਚ ਮਹਾਰਾਜ ਨੇ ਉਹਦਾ ਖੁਲਾਸਾ ਕਰ ਦਿੱਤਾ ਠੀਕ, ਕਿ ਉਹਨਾਂ ਤੋਂ ਇਹ ਕੀ ਭਾਵ ਆ, ਕੀ ਭਾਵ ਉਹ ਲੈ ਰਹੇ ਆ। ਔਰ ਗੁਰੂ ਸਾਹਿਬ ਨੇ ਬੜੇ ਸਪਸ਼ਟ ਰੂਪ ਵਿੱਚ ਆਖਿਆ ਕਿ ਜਿਹੜੇ ਗੁਰਮੁਖ ਜਾਨਾ ਉਹਨਾਂ ਨੂੰ ਧਰਮਰਾਜ ਨਾਲ ਕੋਈ ਵਾਸਤਾ ਨਹੀਂ ਪੈਂਦਾ। ਠੀਕ, ਧਰਮਰਾਜ ਉਹਨਾਂ ਦਾ ਕਿਤੇ ਆਖਿਆ ਉਹਨਾਂ ਦਾ ਖੁਦ ਸਤਿਕਾਰ ਕਰਦਾ ਕਿ ਆਓ ਜੀ ਆਇਆਂ ਤੁਸੀਂ ਮੇਰਾ ਘਰ ਪਵਿੱਤਰ ਕੀਤਾ, ਕਿਤੇ ਆਖਿਆ ਉਹਨਾਂ ਨੂੰ ਡਰਨ ਲੱਗ ਪੈਂਦਾ ਜੀ, ਉਹਨਾਂ ਤੋਂ ਉਹ ਖੁਦ ਭੈ ਮੰਨਦਾ। ਠੀਕ, ਵੱਖੋ ਵੱਖਰੇ ਢੰਗ ਵਰਤੇ ਹੋਏ ਆ। ਰਾਈਟ, ਉਹ ਜਿਹੜੇ ਸੰਸਕ੍ਰਿਤ ਦੇ ਗ੍ਰੰਥ ਆ ਉਹਨਾਂ ਵਿੱਚ ਜਿਹੜਾ ਧਰਮਰਾਜ ਦਾ ਇਹ ਸਰੂਪ ਮੰਨਿਆ ਗਿਆ ਕਿ ਉਹਦਾ ਇਸ ਤਰ੍ਹਾਂ ਦਾ ਮਹੱਲ ਆ, ਇਸ ਤਰ੍ਹਾਂ ਦਾ ਆਸਨ ਆ, ਉਹਦੀਆਂ ਪਤਨੀਆਂ ਇੱਕ ਤੋਂ ਵਧੇਕ ਪਤਨੀਆਂ ਮੰਨੀਆਂ ਗਈਆਂ ਹੋਈਆਂ। ਉਹਦੀ ਇੱਕ ਪਤਨੀ ਨਹੀਂ ਬਲਕਿ ਇੱਕ ਤੋਂ ਵਧੇਕ ਪਤਨੀਆਂ ਉਹਦੀਆਂ, ਉਹ ਹਰਾ ਰੰਗ ਆ ਉਹਦਾ, ਝੋਟੇ ਦੀ ਸਵਾਰੀ ਕਰਦਾ ਜੀ, ਇਹ ਜਿਹੜਾ ਸਰੂਪ ਆ ਧਰਮਰਾਜ ਦਾ ਇਹ ਕਿਸੇ ਹੋਰ ਧਰਮ ਵਿੱਚ ਨਹੀਂ ਮੰਨਿਆ ਗਿਆ। ਓਕੇ, ਇਹ ਸਿਰਫ ਪੁਰਾਣਾਂ ਦੀ ਹੀ ਧਾਰਨਾ। ਅੱਛਾ ਜੀ, ਭਾਵੇਂ ਸੁਰਗ ਬਾਰੇ ਨਰਕ ਬਾਰੇ ਵੱਖੋ ਵੱਖਰੇ ਧਰਮਾਂ ਵਿੱਚ ਆਪੋ ਆਪਣੀ ਧਾਰਨਾ ਪ੍ਰਚਲਿਤ ਆ, ਜੀ, ਪਰ ਧਰਮਰਾਜ ਦਾ ਇਹ ਜਿਹੜਾ ਸਰੂਪ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਆ, ਮੇਰੇ ਵੀਰ ਭੈਣ ਨੇ ਨੋਟ ਕਰਨ ਕਿ ਇਹ ਕਿਸੇ ਹੋਰ ਧਰਮ ਵਿੱਚ ਨਹੀਂ, ਧਰਮਰਾਜ ਦੇ ਇਸ ਸਰੂਪ ਨੂੰ ਨਹੀਂ ਮੰਨਿਆ ਗਿਆ। ਠੀਕ ਹੈ, ਭਾਵੇਂ ਆਫਟਰ ਡੈਥ ਜੀਵਨ ਮੰਨਦੇ ਆ, ਉਹਨਾਂ ਦੇ ਵਿਸ਼ਵਾਸ ਆ, ਜੀ, ਬਲੀਵ ਸਿਸਟਮ ਬਣਿਆ ਆ, ਪਰ ਧਰਮਰਾਜ ਸੰਬੰਧੀ ਐਸੀ ਜਿਹੜੀ ਹੈ ਕਿਸੇ ਵੀ ਹੋਰ ਧਰਮ ਵਿੱਚ ਐਸੀ ਧਾਰਨਾ ਪ੍ਰਚਲਿਤ ਨਹੀਂ। ਠੀਕ ਹੈ, ਇਹ ਕੇਵਲ ਤੇ ਕੇਵਲ ਜਿਹੜੀ ਆ ਇਹ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਹੀ ਧਾਰਨਾ ਜਿਹੜੀ ਹੈ ਸਾਨੂੰ ਮਿਲਦੀ ਆ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਮਹਾਰਾਜ ਨੇ ਜਦੋਂ ਇਸਲਾਮ ਦੇ ਪੈਰੋਕਾਰਾਂ ਨਾਲ ਗੱਲ ਕੀਤੀ ਆ ਤਾਂ ਉੱਥੇ ਧਰਮਰਾਜ ਦਾ ਜ਼ਿਕਰ ਨਹੀਂ ਕੀਤਾ। ਜੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਆ ਜਿਹੜਾ ਕਿ ਇਸਲਾਮ ਦੇ ਪੈਰੋਕਾਰਾਂ ਨਾਲ ਗੁਰੂ ਸਾਹਿਬ ਨੇ ਗੱਲ ਕਰਦੇ ਆਖਿਆ ਕਿ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਜੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਵਹੀ, ਇੱਥੇ ਚਿੱਤਰਗੁਪਤ ਬਈ ਕੱਢ ਕੇ ਨਹੀਂ ਬੈਠੀ ਦੀ ਗੱਲ ਕੀਤੀ ਕਿਉਂਕਿ ਬਿਲੀਵ ਨਹੀਂ ਕਰਦੇ ਉਹ, ਰਾਈਟ, ਉਹਨਾਂ ਦੇ ਆਪਣੇ ਵਿਸ਼ਵਾਸ ਆਪਣੀਆਂ ਧਾਰਨਾ ਉਹਨਾਂ ਦੀਆਂ। ਠੀਕ, ਇਸ ਲਈ ਗੁਰੂ ਸਾਹਿਬ ਜਿਹੜੀ ਇਸਲਾਮ ਉਹ ਵੀ ਧਿਆਨ ਦੇ ਕਿ ਇਸਲਾਮ ਦੇ ਵਿੱਚੋਂ ਕਿ ਕਈ ਫਿਰਕੇ ਆ। ਰਾਈਟ, ਗੁਰੂ ਸਾਹਿਬ ਦੇ ਸਮੇਂ 72 ਫਿਰਕੇ ਸੀ ਇਹਨਾਂ ਦੇ, ਹੁਣ ਤੇ ਖੈਰ ਕਈ ਜ਼ਿਆਦਾ ਆ। ਜੀ, ਔਰ ਉਹਨਾਂ ਫਿਰਕਿਆਂ ਵਿੱਚ ਵੀ ਵੱਖੋ ਵੱਖਰੀ ਧਾਰਨਾ। ਜਿਹੜੀ ਕਈ ਗੱਲ ਜੇ ਇਸਲਾਮ ਵਿੱਚ ਵੀ ਨੇ ਉਹਨਾਂ ਦਾ ਇੱਕ ਫਿਰਕਾ ਐਸਾ ਜੀ, ਕਿ ਜਿਹੜਾ ਆਵਾਗਮਨ ਵਿੱਚ ਵਿਸ਼ਵਾਸ ਰੱਖਦਾ, ਆਮ ਇਸਲਾਮ ਨਹੀਂ ਮੰਨਦਾ, ਪਰ ਉਹਨਾਂ ਵਿੱਚ ਇੱਕ ਫਿਰਕਾ ਜੀ, ਕਿ ਜਿਹੜਾ ਇਹ ਮੰਨਦਾ ਕਿ ਆਵਾਗਮਨ ਹੁੰਦਾ। ਓਕੇ, ਇਸੇ ਤਰ੍ਹਾਂ ਆਮ ਤੌਰ ਤੇ ਉਹ ਕਰਾਮਾਤਾਂ 'ਚ ਵਿਸ਼ਵਾਸ ਕਰਦੇ ਆ, ਪਰ ਉਹਨਾਂ ਦਾ ਇੱਕ ਫਿਰਕਾ 72 ਫਿਰਕਿਆਂ 'ਚ ਇੱਕ ਐਸਾ ਫਿਰਕਾ ਜਿਹੜਾ ਕਿ ਮੰਨਦਾ ਕਿ ਨਹੀਂ ਕੋਈ ਕਰਾਮਾਤ ਨਹੀਂ ਹੁੰਦੀ। ਇਸ ਤਰ੍ਹਾਂ ਜਿਹੜੇ ਗੁਰਬਾਣੀ ਵਿੱਚ ਜਿਹੜੇ ਵੱਖੋ ਵੱਖਰੇ ਫਿਰਕਿਆਂ ਸੰਬੰਧੀ ਕਈ ਧਾਰਨਾਵਾਂ ਕਈ ਵੀਰ ਕਹਿ ਦਿੰਦੇ ਆ ਕਿ ਜੀ ਇਸਲਾਮ ਤੇ ਐਸਾ ਮੰਨਦਾ ਨਹੀਂ, ਪਰ ਉਹ ਇਸਲਾਮ ਦੇ ਜਿਹੜੇ ਵੱਖੋ ਵੱਖਰੇ ਫਿਰਕੇ ਆ ਜਿਵੇਂ ਜਦੋਂ ਸਿੱਖੀਜ਼ਮ ਦੀ ਗੱਲ ਕਰਦੇ ਆ, ਰਾਈਟ, ਜੋ ਅਸੀਂ ਜੋ ਸਮੂਹ ਰੂਪ ਪ੍ਰਚਲਿਤ ਆ ਜਿਹਦਾ ਜੋ ਬਹੁਮਤ ਆ ਅਸੀਂ ਉਹਦੀ ਗੱਲ ਕਰ ਰਹੇ ਹੁੰਦੇ ਆ। ਜੀ, ਇਸ ਲਈ ਇਸਲਾਮ ਦੇ ਜਿਹੜੇ ਛੋਟੇ ਛੋਟੇ ਫਿਰਕੇ ਜਿਹੜੇ ਬਣੇ ਹੋਏ ਆ ਉਹ ਵੱਖੋ ਵੱਖਰੇ ਉਹਨਾਂ ਦੇ ਫਿਰਕੇ ਬਣੇ ਇਸ ਕਰਕੇ ਕਿ ਉਹ ਉਹਨਾਂ ਨਾਲ ਸਹਿਮਤ ਨਹੀਂ। ਰਾਈਟ, ਤਾਂ ਗੁਰੂ ਸਾਹਿਬ ਜਿਹੜਾ ਇੱਕ ਫਿਰਕੇ ਦੀ ਐਸੀ ਧਾਰਨਾ ਮੰਨੀ ਜਾਂਦੀ ਆ ਤਾਂ ਗੁਰੂ ਸਾਹਿਬ ਉਹਦੇ ਅਨੁਸਾਰ ਗੱਲ ਕਰ ਰਿਹਾ ਕਿ ਬੈਠਾ ਕੱਢ ਬਹੀ, ਕਿ ਰੱਬ ਜਿਹੜਾ ਉਹ ਬਹੀ ਕੱਢ ਕੇ ਬੈਠਾ ਹੋਇਆ। ਹੁਣ ਇੱਕ ਤਾਂ ਗੁਰੂ ਸਾਹਿਬ ਖੁਦ ਕਹਿ ਰਹੇ ਆ ਕਿ ਅੰਦਰ ਰਾਜਾ ਤਖਤ ਹੈ ਬੈਠਾ ਕਰੇ ਨੇ ਆਉ, ਪਰ ਦੂਜੇ ਪਾਸੇ ਇਹ ਆਖਿਆ ਜਾ ਰਿਹਾ ਹੁਣ ਕੀ ਆਖੀ ਕਿ ਗੁਰੂ ਸਾਹਿਬ ਇੱਥੇ ਕੰਟਰਾਡਿਕਸ਼ਨ ਕਰ ਰਹੇ ਆ। ਨੋ, ਗੁਰਬਾਣੀ ਵਿੱਚ ਕੰਟਰਾਡਿਕਸ਼ਨ ਨਹੀਂ ਹੈ। ਗੁਰਬਾਣੀ ਦਾ ਸੱਚ ਜਿਹੜਾ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਉਹਦਾ ਇੱਕ ਹੀ ਸਰੂਪ ਆ। ਜੀ, ਹਾਂ, ਉਹਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਉਦਾਹਰਨਾਂ ਦਿੱਤੀਆਂ, ਉਹਨੂੰ ਸਾਨੂੰ ਲੱਗਦਾ ਠੀਕ, ਕਿ ਇਹ ਜਿਹੜੀ ਆ ਇੱਥੇ ਵੱਖਰਾਪਨ ਆ ਗਿਆ, ਇੱਥੇ ਵੱਖਰਾਪਨ ਆ ਗਿਆ, ਪਰ ਗੱਲ ਵੱਖਰਾਪਨ ਨਹੀਂ, ਗੱਲ ਮੂਲ ਰੂਪ ਵਿੱਚ ਇੱਕੋ ਹੀ ਸਮਝਾਈ ਹੈ ਗੁਰੂ ਸਾਹਿਬ ਜੀ ਨੇ। ਜੀ, ਔਰ ਗੁਰੂ ਸਾਹਿਬ ਨੇ ਬੜੇ ਸਪਸ਼ਟ ਰੂਪ ਵਿੱਚ ਦੱਸਿਆ ਕਿ ਰੱਬ ਜਿਹੜਾ ਉਹ ਸਾਰੇ ਅੰਦਰ ਬੈਠਾ, ਉਹ ਜਿਹੜਾ ਗੁਰੂ ਸਾਹਿਬ ਧਰਮਰਾਜ ਆ ਉਹ ਇਸਲਾਮ ਦਾ ਵੀ ਉਹੀ ਆ, ਹਿੰਦੂਇਜ਼ਮ ਦਾ ਵੀ ਉਹੀ ਆ, ਰਾਈਟ, ਕ੍ਰਿਸਚਨ ਦਾ ਵੀ ਉਹੀ ਆ, ਯਹੂਦੀ ਦਾ ਵੀ, ਹਰ ਮਨੁੱਖ ਦਾ ਭਾਵੇਂ ਕੋਈ ਧਰਮ ਵਿੱਚ ਵਿਸ਼ਵਾਸ ਕਰਦਾ ਜਾਂ ਨਹੀਂ ਕਰਦਾ, ਠੀਕ, ਹਰ ਇੱਕ ਦੇ ਅੰਦਰ ਨਿਰੰਕਾਰ ਬੈਠਾ ਹੋਇਆ ਜਿਹੜਾ ਉਹ ਨਾਲੋਂ ਨਾਲ ਜਿਹੜਾ ਇਹਦਾ ਨਿਆਂ ਕਰੀ ਜਾ ਰਿਹਾ, ਜਿਹਦਾ ਉਹਦਾ ਨਿਆਂ ਕਰਨ ਦਾ ਆਪਣਾ ਸਿਸਟਮ ਆ, ਉਹਦੀ ਆਪਣੀ ਪ੍ਰਣਾਲੀ ਆ। ਜੀ, ਔਰ ਧਰਮ ਦੀ ਦੁਨੀਆ ਵਿੱਚ ਜਿਹੜੇ ਧਰਮਰਾਜ ਵੀ ਵਿਸ਼ਵਾਸ ਕਰਦੇ ਆ ਉਹ ਧਰਮਰਾਜ ਦੀ ਵੀ ਪੂਜਾ ਕਰਦੇ ਸੀ। ਜੀ,
ਔਰ ਪੁਰਾਣਾ ਵਿੱਚ ਇਹ ਖਾਸ ਗਰੜ ਪੁਰਾਣ ਵਿੱਚ ਇਸ ਗੱਲ ਦਾ ਜਿੱਥੇ ਹੋਰ ਜ਼ਿਕਰ ਕੀਤਾ ਹੋਇਆ, ਇਹ ਵੀ ਦੱਸਿਆ ਹੋਇਆ ਕਿ ਤੂੰ ਧਰਮਰਾਜ ਦੀ ਪੂਜਾ ਵੀ ਨਹੀਂ ਕੀਤੀ। ਜੇਕਰ ਤੂੰ ਇਹਨੂੰ ਮੰਨਿਆ ਹੁੰਦਾ, ਪੂਜਾ ਕੀਤੀ ਤਾਂ ਵੀ ਤੇਰਾ ਥੋੜਾ ਛੁਟਕਾਰਾ ਹੋ ਜਾਂਦਾ। ਪਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ, ਜਦੋਂ ਦੱਸਦੇ ਆ ਕਿ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਧਾਰਮਿਕ ਦੁਨੀਆ ਵਿੱਚ ਕਿਹੋ ਜਿਹੀ ਬਹੁ ਪੂਜਾ ਪ੍ਰਚਲਿਤ ਸੀ ਜੀ। ਤੋ ਕਹਿੰਦੇ ਕਿਸੇ ਪੁਜਾਈ ਸਿਲਾ ਸੁਨ ਕੋਈ ਗਰੀ ਮੜੀ ਪੁਜਾਵੈ, ਤੰਤਰ ਮੰਤਰ ਪਾਖੰਡ ਕਰ ਕਲਹ ਕ੍ਰੋਧ ਬੋ ਬਾਦ ਵਧਾਵੈ। ਉਹ ਫਿਰ ਜਦੋਂ ਇਹ ਆਖਦੇ ਕਿ ਆਪੋ ਤਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਵੈ, ਉਥੇ ਫਿਰ ਕਹਿੰਦੇ ਆ ਕੋਈ ਪੂਜੈ ਚੰਦ ਸੂਰ ਕੋਈ ਤਰਤ ਆਕਾਸ਼ ਮਨਾਵੈ। ਇਸੇ ਵਿੱਚ ਫਿਰ ਉਹ ਕਹਿੰਦੇ ਆ ਕਿ ਪੌਣ ਪਾਣੀ ਬੈ ਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ। ਠੀਕ ਕਿ ਕੋਈ ਮਨੋ ਧਰਮ ਰਾਜ ਨੂੰ ਤ੍ਰਿਪਤਾਉਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਪੁਰਾਣਾ ਵਿੱਚ ਇਸ ਗੱਲ ਦਾ ਵੀ ਜ਼ਿਕਰ ਆ ਜੀ। ਸਾਨੂੰ ਮੇਰੇ ਹਿੰਦੂ ਵੀਰ ਸੁਣਨ ਵਾਲੇ ਜੇ ਕੋਈ ਸੁਣਦਾ ਮਾਫ ਕਰਨਗੇ, ਸੋ ਵਾਰ-ਵਾਰ ਜ਼ਿਕਰ ਕਰਨਾ ਪੈ ਰਿਹਾ ਉਹ ਇਸ ਲਈ ਕਿਉਂਕਿ ਉਹਨਾਂ ਵਿੱਚੋਂ ਇਹ ਗੱਲ ਆਈ ਆ। ਪੁਰਾਣਾ ਵਿੱਚ ਇਹਦਾ ਜ਼ਿਕਰ ਆਇਆ, ਇਸ ਲਈ ਸਾਨੂੰ ਉਹਨਾਂ ਕੰਡੈਮ ਕਰਨ ਦਾ ਸਾਡਾ ਕੋਈ ਅਧਿਕਾਰ ਨਹੀਂ, ਹੱਕ ਨਹੀਂ। ਪਰ ਕਿਉਂਕਿ ਇਹਦੇ ਨਾਲ ਜੁੜਿਆ ਹੋਇਆ ਸਬੰਧ ਆ, ਉਹਨਾਂ ਵਿੱਚੋਂ ਆਇਆ। ਗੁਰਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਹੋਇਆ, ਕੋ ਸਾਡੇ ਭੈਣ ਭਰਾ ਵੀ ਐਸਾ ਮੰਨੀ ਬੈਠੇ ਆ। ਇਸ ਕਰਕੇ ਸਾਨੂੰ ਵਾਰ-ਵਾਰ ਜਿਹੜਾ ਉਹ ਨਾਂ ਲੈਣਾ ਪੈ ਰਿਹਾ। ਸਾਡਾ ਮਨਸ਼ਾ ਉਹਨਾਂ ਦਾ ਦਿਲ ਦਿਖਾਉਣਾ ਨਹੀਂ। ਬਿਲਕੁਲ ਜੀ, ਉਹਨਾਂ ਦੀ ਆਸਥਾ ਹੈ, ਉਸ ਤੇ ਮੁਬਾਰਕ ਉਹਨਾਂ ਨੂੰ ਮੁਬਾਰਕ ਆ। ਸਾਡਾ ਉਹਨਾਂ ਨੂੰ ਕੋਈ ਜਿਹੜਾ ਮੈਨੂੰ ਕੋਈ ਹੱਕ ਨਹੀਂ ਕਿ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਦੀ ਆਸਥਾ ਤੋਂ ਉਹਨਾਂ ਨੂੰ ਜਿਹੜਾ ਕਿਸੇ ਤਰ੍ਹਾਂ ਠੇਸ ਪਹੁੰਚਾਈਏ। ਲੇਕਿਨ ਸਿੱਖ ਧਰਮ ਦੇ ਵਿੱਚ ਜੋ ਇਹ ਕਨਸੈਪਟ ਹੈ ਉਸ ਬਾਰੇ ਅਸੀਂ ਫੋਕਸ ਕਰ ਰਹੇ ਹਾਂ ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਹੈਗਾ। ਅਸੀਂ ਨਾ ਚਾਹੁੰਦੇ ਹਾਂ ਵੀ ਕਿਉਂਕਿ ਸਾਨੂੰ ਉਹ ਜ਼ਿਕਰ ਕਰਨਾ ਪੈ ਰਿਹਾ ਕਿਉਂਕਿ ਉਹਦੇ ਨਾਲ ਇਹ ਉੱਥੋਂ ਆਇਆ ਜੀ। ਇਸ ਕਰਕੇ ਮੇਰਾ ਵੀਰ ਭੈਣ ਕੋਈ ਐਸਾ ਹੀ ਮਨ ਵਿੱਚ ਨਾ ਧਾਰਨਾ ਬਣਾਵੇ ਕਿ ਅਸੀਂ ਉਹਨਾਂ ਨੂੰ ਜਿਹੜਾ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਧਾਰੇ, ਬਲਕਿ ਕਿਉਂਕਿ ਉਹਨਾਂ ਨਾਲ ਜੁੜਿਆ ਹੋਣ ਕਰਕੇ ਜਿਹੜਾ ਉੱਥੋਂ ਆਇਆ, ਇਸ ਕਰਕੇ ਅਸੀਂ ਉਹਦਾ ਜ਼ਿਕਰ ਵਾਰ-ਵਾਰ ਸਾਨੂੰ ਜ਼ਿਕਰ ਕਰਨਾ ਪੈ ਰਿਹਾ, ਉਦਾਹਰਨ ਦੇਣਾ ਹੀ ਪੈ ਰਿਹਾ। ਬਹਰਹਾਲ ਜੀ, ਸਮਾਂ ਨਹੀਂ ਆਗੇ ਦੇ ਰਿਹਾ ਕਿ ਹੋਰ ਇਸ ਵਿਸ਼ੇ ਨੂੰ ਅੱਗੇ ਗੱਲਬਾਤ ਕਰੀਏ। ਅਗਲੇ ਹਫਤੇ ਮੁੜ ਤੋਂ ਇਹੀ ਧਰਮਰਾਜ ਦਾ ਜਿਹੜਾ ਸੰਕਲਪ ਹੈਗਾ, ਜਿਹੜਾ ਤੁਸੀਂ ਇੱਕ ਫਾਊਂਡੇਸ਼ਨ ਬਣਾਤੀ ਹੈ, ਧੰਨਵਾਦ ਤੁਹਾਡਾ ਉਸ ਲਈ, ਕਿਉਂਕਿ ਉਸ ਨਾਲ ਚੰਗੇ ਤਰੀਕੇ ਨਾਲ ਸਮਝ ਆਏਗੀ। ਅਗਲੇ ਹਫਤੇ ਵਿਸਥਾਰ ਵਿੱਚ ਇਸੇ ਵਿਸ਼ੇ ਨੂੰ ਕੰਟੀਨਿਊ ਕਰਾਂਗੇ ਅਤੇ ਅਗਲੇ ਹੋਰ ਕਈ ਪ੍ਰੋਗਰਾਮਸ ਵਿੱਚ, ਕਿਉਂਕਿ ਇਹ ਬੜਾ ਇੱਕ ਵਿਸ਼ਾਲ ਟੌਪਿਕ ਹੈ ਤੇ ਇਸ ਵਾਸਤੇ ਜਿੰਨੀ ਕਲੈਰੀਫਿਕੇਸ਼ਨ ਹੋ ਸਕੇ ਉਨਾ ਹੀ ਬਿਹਤਰ ਹੋਗਾ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।